ਪੰਜਾਬ ਡੀਏ ਏਰੀਆਜ਼ ਦਾ ਮੈਟਰ ਹੁਣ ਇੱਕ ਹੋਰ ਸੀਰੀਅਸ ਲੀਗਲ ਟਰਨ ਤੇ ਆ ਗਿਆ ਹੈ। 3 ਅਗਸਤ ਹਾਈ ਕੋਰਟ ਦਾ ਆਰਡਰ, 17 ਅਗਸਤ ਫਾਈਨੈਂਸ ਡਿਪਾਰਟਮੈਂਟ ਦੀ ਕੰਟਰੋਵਰਸ਼ੀਅਲ ਲੈਟਰ, 18 ਅਗਸਤ EMPLOYEES ਵੱਲੋਂ ਕੰਟੈਂਪਟ ਪਟੀਸ਼ਨ। ਪਰ ਸਭ ਤੋਂ ਵੱਡਾ ਸਵਾਲ, ਜਦੋਂ ਕੋਰਟ ਨੇ 31 ਅਗਸਤ ਦਾ ਕੰਪਲਾਇੰਸ ਰਿਪੋਰਟ ਮੰਗੀ ਸੀ ਤਾਂ EMPLOYEES 18 ਅਗਸਤ ਨੂੰ ਹੀ ਹਾਈ ਕੋਰਟ ਕਿਉਂ ਪਹੁੰਚ ਗਏ ਤੇ ਕੀ 17 ਅਗਸਤ ਦੀ ਫਾਈਨੈਂਸ ਡਿਪਾਰਟਮੈਂਟ ਦੀ ਲੈਟਰ ਨੇ ਇਸ ਲੀਗਲ ਬੈਟਲ ਨੂੰ ਹੋਰ ਸੀਰੀਅਸ ਬਣਾ ਦਿੱਤਾ ਹੈ? Hi, I'm Prabdeep and welcome to the Real Room with Prabdeep. ਚਲੋ ਟਾਈਮਲਾਈਨ ਨੂੰ ਸਿੰਪਲ ਲੈਂਗੁਏਜ ਵਿੱਚ ਸਮਝਦੇ ਹਾਂ। ਹੁਣ ਦੇਖਦੇ ਹਾਂ ਕਿ 3 ਅਗਸਤ ਦਾ ਕੋਰਟ ਦਾ ਆਰਡਰ ਕੀ ਸੀ। 3 ਅਗਸਤ ਨੂੰ ਡਿਵੀਜ਼ਨ ਬੈਂਚ ਨੇ ਪੰਜਾਬ ਗਵਰਨਮੈਂਟ ਤੇ PSPCL ਦੀਆਂ ਅਪੀਲਸ ਡਿਸਮਿਸ ਕਰ ਦਿੱਤੀਆਂ। ਕੋਰਟ ਨੇ ਡਾਇਰੈਕਸ਼ਨ ਦਿੱਤੀ, ਪੈਂਡਿੰਗ DADR ਇੰਸਟਾਲਮੈਂਟਸ ਰਿਲੀਜ਼ ਕਰੋ ਵਿਦਿਨ ਫੋਰਟਨਾਈਟ, ਯਾਨੀ ਗਵਰਨਮੈਂਟ ਕੋਲ ਅਪਰੋਕਸੀਮੇਟਲੀ 14 ਦਿਨ ਸਨ ਪੇਮੈਂਟ ਕਰਨ ਲਈ। ਨਾਲ ਹੀ ਕੋਰਟ ਨੇ ਕਿਹਾ ਕਿ ਡਿਲੇ ਦੀ ਸਿਚੁਏਸ਼ਨ ਵਿੱਚ 6% ਇੰਟਰਸਟ ਵੀ ਨਾਲ ਐਡ ਹੋਵੇਗਾ ਤੇ ਚੀਫ ਸੈਕਟਰੀ ਨੂੰ 31 ਅਗਸਤ ਤੱਕ ਕੰਪਲਾਇੰਸ ਐਫੀਡੇਵਿਟ ਫਾਈਲ ਕਰਨ ਲਈ ਕਿਹਾ ਗਿਆ। ਇੱਥੇ ਇੱਕ ਬਹੁਤ ਇੰਪੋਰਟੈਂਟ ਡਿਸਟਿੰਕਸ਼ਨ ਹੈ। 31 ਅਗਸਤ ਪੇਮੈਂਟ ਦੀ ਡੈਡਲਾਈਨ ਨਹੀਂ ਸੀ। ਪੇਮੈਂਟ ਲਈ ਡੈਡਲਾਈਨ ਫੋਰਟਨਾਈਟ ਸੀ। 31 ਅਗਸਤ ਨੂੰ ਗਵਰਨਮੈਂਟ ਨੂੰ ਕੋਰਟ ਨੂੰ ਕੰਪਲਾਇੰਸ ਰਿਪੋਰਟ ਦੇਣ ਲਈ ਦਿੱਤਾ ਗਿਆ ਸੀ। ਹੁਣ ਇੱਥੇ 17 ਅਗਸਤ ਦੀ ਫਾਈਨੈਂਸ ਡਿਪਾਰਟਮੈਂਟ ਦੀ ਲੈਟਰ ਨੂੰ ਸਮਝਦੇ ਹਾਂ। ਹੁਣ ਡੈਡਲਾਈਨ ਦੇ ਬਿਲਕੁਲ ਐਂਡ ਤੇ ਇੱਕ ਹੋਰ ਡਿਵੈਲਪਮੈਂਟ ਆ ਗਿਆ। 17 ਅਗਸਤ ਨੂੰ ਫਾਈਨੈਂਸ ਡਿਪਾਰਟਮੈਂਟ ਨੇ ਸਾਰੇ ਐਡਮਿਨਿਸਟ੍ਰੇਟਿਵ ਡਿਪਾਰਟਮੈਂਟਸ ਨੂੰ ਇੱਕ ਲੈਟਰ ਇਸ਼ੂ ਕੀਤੀ। ਲੈਟਰ ਕਹਿੰਦੀ ਹੈ ਕਿ ਧਨੋਆ ਜਜਮੈਂਟ ਜਾਂ ਰਿਲੇਟਡ LPA ਆਰਡਰਸ ਦੇ ਬੇਸਿਸ ਤੇ ਜੇ ਕੋਈ ਆਰਡਰ ਹੈ ਉਸ ਦੀ ਡਿਟੇਲ ਫਾਈਨੈਂਸ ਡਿਪਾਰਟਮੈਂਟ ਨੂੰ ਭੇਜੀ ਜਾਣ ਤੇ ਸਭ ਤੋਂ ਇੰਪੋਰਟੈਂਟ, ਫਾਈਨੈਂਸ ਡਿਪਾਰਟਮੈਂਟ ਦੀ ਪ੍ਰਾਇਰ ਕਨਕਰੈਂਸ ਤੋਂ ਬਿਨਾਂ ਉਹ ਆਰਡਰ ਇੰਪਲੀਮੈਂਟ ਨਾ ਕੀਤਾ ਜਾਵੇ। ਸਿੰਪਲ ਵਰਡਸ ਵਿੱਚ ਡਿਪਾਰਟਮੈਂਟ ਆਪਣੇ ਲੈਵਲ ਤੇ ਡਾਇਰੈਕਟਲੀ ਆਰਡਰ ਇੰਪਲੀਮੈਂਟ ਨਹੀਂ ਕਰੇਗਾ, ਪਹਿਲਾਂ ਫਾਈਨੈਂਸ ਡਿਪਾਰਟਮੈਂਟ ਦੀ ਕਨਕਰੈਂਸ ਲੈਣੀ ਪਵੇਗੀ। ਇਹ ਇਨਸਟਰਕਸ਼ਨਸ ਬੋਰਡਸ ਤੇ ਕਾਰਪੋਰੇਸ਼ਨ ਨਾਲ ਵੀ ਰਿਲੇਟਡ ਕੇਸਿਸ ਨੂੰ ਕਵਰ ਕਰਦੀ ਹੈ। ਹੁਣ ਅਗਲੇ ਹੀ ਦਿਨ 18 ਅਗਸਤ ਨੂੰ ਨਿਰਮਲ ਸਿੰਘ ਧਨੋਆ ਐਂਡ ਅਦਰਸ ਵੱਲੋਂ ਕੰਟੈਂਪਟ ਪਟੀਸ਼ਨ ਫਾਈਲ ਕੀਤੀ ਗਈ। ਰਿਪੋਰਟਸ ਦੇ ਮੁਤਾਬਿਕ ਡਾਇਰੀ ਨੰਬਰ 10822301, ਰਿਸਪੋਂਡੈਂਟ ਕੈਪ ਸਿਨਾ IAS ਐਂਡ ਅਦਰਸ, ਸਟੇਟਸ ਪੈਂਡਿੰਗ। ਉਸਤੇ ਬੇਸਿਕ ਐਲੀਗੇਸ਼ਨ ਹੈ ਕਿ ਕੋਰਟ ਨੇ ਟਾਈਮ ਬਾਉਂਡ ਪੇਮੈਂਟ ਦੀ ਡਾਇਰੈਕਸ਼ਨ ਦਿੱਤੀ ਸੀ ਪਰ ਸਟਿਪੂਲੇਟਡ ਪੀਰੀਅਡ ਵਿੱਚ ਪੇਮੈਂਟ ਨਹੀਂ ਹੋਈ। ਹੁਣ ਇੱਥੇ ਸਮਝਦੇ ਹਾਂ ਕਿ ਕੰਟੈਂਪਟ 18 ਅਗਸਤ ਨੂੰ ਹੀ ਕਿਉਂ? ਇਹ ਸਭ ਤੋਂ ਇੰਪੋਰਟੈਂਟ ਕੁਐਸਚਨ ਹੈ। ਜੇ 31 ਅਗਸਤ ਨੂੰ ਕੰਪਲਾਇੰਸ ਰਿਪੋਰਟ ਦੇਣੀ ਸੀ ਤਾਂ 18 ਅਗਸਤ ਨੂੰ ਹੀ ਕੰਟੈਂਪਟ ਕਿਉਂ? ਆਨਸਰ ਬਹੁਤ ਸਿੰਪਲ ਹੈ। 31 ਅਗਸਤ ਪੇਮੈਂਟ ਦੀ ਡੈਡਲਾਈਨ ਨਹੀਂ ਸੀ। ਕੋਰਟ ਨੇ ਪੇਮੈਂਟ ਫੋਰਟਨਾਈਟ ਦੇ ਅੰਦਰ ਕਰਨ ਲਈ ਕਿਹਾ ਸੀ। ਸੋ ਜੇ ਉਹ ਪੀਰੀਅਡ ਖਤਮ ਹੋ ਗਿਆ ਤੇ ਪੇਮੈਂਟ ਨਹੀਂ ਹੋਈ, ਪਿਟੀਸ਼ਨਰਸ ਕੋਰਟ ਦੇ ਸਾਹਮਣੇ ਐਲਿਜਡ ਨਾਨ ਕੰਪਲਾਇੰਸ ਦਾ ਇਸ਼ੂ ਰੇਜ਼ ਕਰ ਸਕਦੇ ਹਨ। ਪਰ ਇੱਕ ਲੀਗਲ ਕੁਐਸਚਨ ਵੀ ਹੈ। ਕੰਟੈਂਪਟ ਫਾਈਲ ਹੋਣਾ ਇਹ ਨਹੀਂ ਦਿਖਾਉਂਦਾ ਕਿ ਕੋਰਟ ਨੇ ਗਵਰਨਮੈਂਟ ਨੂੰ ਆਲਰੇਡੀ ਗਿਲਟੀ ਡਿਕਲੇਅਰ ਕਰ ਦਿੱਤਾ ਹੈ। ਫਾਈਨਲ ਡਿਸੀਜਨ ਕੋਰਟ ਕਰੇਗੀ। ਹੁਣ ਆ ਜਾਂਦੇ ਸਭ ਤੋਂ ਕੰਟਰੋਵਰਸ਼ੀਅਲ ਐਂਗਲ ਤੇ ਕਿ ਕੰਟੈਂਪਟ ਸਿਰਫ ਪੇਮੈਂਟ ਨਾ ਹੋਣ ਕਰਕੇ ਫਾਈਲ ਹੋਈ ਹੈ ਜਾਂ ਫਾਈਨੈਂਸ ਡਿਪਾਰਟਮੈਂਟ ਦੀ 17 ਅਗਸਤ ਦੀ ਲੈਟਰ ਵੀ ਇਸ ਡਿਵੈਲਪਮੈਂਟ ਦਾ ਬਹੁਤ ਇੰਪੋਰਟੈਂਟ ਫੈਕਟਰ ਬਣੀ। ਇਸ ਪੁਆਇੰਟ ਤੇ ਸਾਨੂੰ ਬਹੁਤ ਕੇਅਰਫੁਲ ਰਹਿਣਾ ਪਏਗਾ। ਜਦੋਂ ਤੱਕ ਐਕਚੁਅਲ ਕੰਟੈਂਪਟ ਪਟੀਸ਼ਨ ਦੀ ਡਿਟੇਲ ਗਰਾਊਂਡਸ ਨੂੰ ਕੋਰਟ ਨਹੀਂ ਕੀਤਾ ਜਾਂਦਾ, ਇਹ ਕਹਿਣਾ ਕਰੈਕਟ ਨਹੀਂ ਹੋਵੇਗਾ ਕਿ ਕੰਟੈਂਪਟ ਸਿਰਫ ਫਾਈਨੈਂਸ ਡਿਪਾਰਟਮੈਂਟ ਦੀ ਲੈਟਰ ਕਰਕੇ ਹੋਈ ਹੈ। ਪਰ ਟਾਈਮਿੰਗ ਨੂੰ ਵੀ ਇਗਨੋਰ ਨਹੀਂ ਕੀਤਾ ਜਾ ਸਕਦਾ। 3 ਅਗਸਤ court says payment within fortnight. 17th August finance says prior concurrence. 18th August contempt file. So natural question है कि एक internal finance approval process court ਦੀ time bound payment direction ਦੀ implementation ਨੂੰ affect ਕਰ ਸਕਦੀ ਹੈ। ਇਹ ਕੁਐਸਚਨ ਹੁਣ ਬਹੁਤ ਇੰਪੋਰਟੈਂਟ ਹੈ। ਹੁਣ ਇੱਥੇ ਗਵਰਨਮੈਂਟ ਦੇ ਪਰਸਪੈਕਟਿਵ ਤੋਂ ਇਹ ਇਸ਼ੂ ਸਿੰਪਲ ਨਹੀਂ ਹੈ। DADR areas ਦੀ accumulated liability approximately 14,191 ਕਰੋੜ ਡਿਸਕਸ ਹੋਈ ਹੈ। ਗਵਰਨਮੈਂਟ ਪਹਿਲਾਂ ਲਿਕੁਇਡੇਸ਼ਨ ਪਲਾਨ ਥਰੂ ਫੇਜ਼ਡ ਪੇਮੈਂਟ ਦੀ ਅਪਰੋਚ ਰੱਖ ਚੁੱਕੀ ਹੈ। ਗਵਰਨਮੈਂਟ ਦਾ ਫਾਈਨੈਂਸ਼ੀਅਲ ਆਰਗੂਮੈਂਟ ਹੈ ਕਿ ਇੰਨੀ ਵੱਡੀ ਲਾਇਬਿਲਿਟੀ ਨੂੰ ਮੈਨੇਜ ਕਰਨਾ ਜ਼ਰੂਰੀ ਹੈ। ਪਰ ਇੱਥੇ EMPLOYEES ਦਾ ਵੀ ਕਾਊਂਟਰ ਕੁਐਸਚਨ ਹੈ। ਜੇ ਕੋਰਟ ਨੇ DADR ਡਿਊਜ਼ ਰਿਲੀਜ਼ ਕਰਨ ਦਾ ਡਾਇਰੈਕਸ਼ਨ ਦੇ ਦਿੱਤਾ ਹੈ ਤਾਂ ਇੰਟਰਨਲ ਫਾਈਨੈਂਸ਼ੀਅਲ ਪ੍ਰੋਸੈਸ ਪੇਮੈਂਟ ਨੂੰ ਕਿੰਨੇ ਟਾਈਮ ਤੱਕ ਡਿਲੇ ਕਰ ਸਕਦੀ ਹੈ ਤੇ ਕੋਰਟ ਨੇ ਵੀ ਫਾਈਨੈਂਸ਼ੀਅਲ ਕੰਸਟ੍ਰੇਂਟ ਨੂੰ ਇਨਡੈਫੀਨਿਟਲੀ ਡਿਊਜ਼ ਰੋਕਣ ਦਾ ਜਸਟੀਫਿਕੇਸ਼ਨ ਨਹੀਂ ਮੰਨਿਆ। ਸੋ ਹੁਣ ਕਨਫਲਿਕਟ ਸਿਰਫ ਮਨੀ ਦਾ ਨਹੀਂ ਹੈ, ਕੰਪਲਾਇੰਸ ਦਾ ਵੀ ਹੈ। ਹੁਣ ਸਾਰੀ ਨਜ਼ਰ 31 ਅਗਸਤ ਤੇ ਹੈ। ਚੀਫ ਸੈਕਟਰੀ ਨੂੰ ਕੋਰਟ ਨੂੰ ਕੰਪਲਾਇੰਸ ਐਫੀਡੇਵਿਟ ਦੇਣਾ ਹੈ। ਜੇ ਗਵਰਨਮੈਂਟ ਕਹਿੰਦੀ ਹੈ ਕਿ ਪੇਮੈਂਟ ਹੋ ਗਈ ਹੈ ਦੈਨ ਸਿਚੁਏਸ਼ਨ ਕਲੀਅਰ ਹੈ। ਪਰ ਜੇ ਆਨਸਰ ਹੁੰਦਾ ਹੈ ਫਾਈਨੈਂਸ ਡਿਪਾਰਟਮੈਂਟ ਕੋਲ ਪ੍ਰੋਸੈਸ ਚੱਲ ਰਿਹਾ ਹੈ, ਕਨਕਰੈਂਸ ਪੈਂਡਿੰਗ ਹੈ, ਤਾਂ ਕੋਰਟ ਨੈਚੁਰਲੀ ਪੁੱਛ ਸਕਦੀ ਹੈ ਜਦੋਂ ਪੇਮੈਂਟ ਲਈ ਫੋਰਟਨਾਈਟ ਦਿੱਤਾ ਗਿਆ ਸੀ ਤਾਂ ਕੰਪਲਾਇੰਸ ਹੁਣ ਤੱਕ ਕਿਉਂ ਨਹੀਂ ਹੋਈ। ਤੇ ਇੱਥੇ 17 ਅਗਸਤ ਦੀ ਫਾਈਨੈਂਸ ਲੈਟਰ ਹੋਰ ਇੰਪੋਰਟੈਂਟ ਹੋ ਸਕਦੀ ਹੈ। ਹੁਣ ਪੂਰੀ ਸਟੋਰੀ ਨੂੰ 3 ਡੇਟਸ ਵਿੱਚ ਸਮਝੋ। 3 ਅਗਸਤ ਕੋਰਟ
DA-DR area release within fortnight. 17th August, Finance Department, prior concurrence तो बिना implementation नहीं. 18th August, employees contempt petition filed. ਹੁਣ असली सवाल ये नहीं है कि कंटेम्प्ट फाइल हुई या नहीं, वो तो ऑलरेडी फाइल हो चुकी है. असली सवाल है कि गवर्नमेंट ने कोर्ट दे टाइम बाउंड ऑर्डर दी कंप्लायंस की थी कि फाइनेंस डिपार्टमेंट दी अप्रूवल प्रोसेस सिर्फ एडमिनिस्ट्रेटिव प्रोसीजर है या पेमेंट ਨੂੰ डिले ਕਰਨ ਵਾਲਾ ਪ੍ਰੈਕਟੀਕਲ ਹਰਡਲ. ਤੇ ਹੁਣ ਸਭ ਤੋਂ ਇੰਪੋਰਟੈਂਟ 31 ਅਗਸਤ ਨੂੰ ਗਵਰਨਮੈਂਟ ਕੋਰਟ ਦੇ ਸਾਹਮਣੇ ਕੀ ਜਵਾਬ ਦਿੰਦੀ ਹੈ, ਕਿਉਂਕਿ ਹੁਣ ਡੀਏ ਏਰੀਆਜ਼ ਦਾ ਮੈਟਰ ਸਿਰਫ 14191 ਕਰੋੜ ਦੀ ਪੇਮੈਂਟ ਨਹੀਂ ਰਿਹਾ. ਹੁਣ ਇਹ ਕੋਰਟ ਦੇ ਆਰਡਰਸ ਦੀ ਅਥਾਰਟੀ ਤੇ ਗਵਰਨਮੈਂਟ ਦੀ ਇੰਪਲੀਮੈਂਟੇਸ਼ਨ ਦੋਨੋਂ ਦਾ ਟੈਸਟ ਹੈ. ਤੁਹਾਡੀ ਕੀ ਰਾਏ ਹੈ ਮੈਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸੋ. ਐਂਡ ਇਫ ਯੂ ਲਾਈਕ ਦਿਸ ਵੀਡੀਓ ਡੂ ਸਬਸਕ੍ਰਾਈਬ ਮਾਈ YouTube channel The Real Room with Prabdeep. I'll see you in the next video. Till then, take care. Bye bye.